ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਸਿੱਪੀ ਸਿੱਧੂ ਮਰਡਰ ਕੇਸ ਦੁਬਾਰਾ ਚਰਚਾ ਦੇ ਵਿੱਚ ਚੱਲ ਰਿਹਾ ਜਦੋਂ ਤੋਂ ਇੱਕ ਜੱਜ ਦੀ ਧੀ ਕਲਿਆਣੀ ਸਿੰਘ ਨੂੰ CBI ਵੱਲੋਂ ਅਰੈਸਟ ਕੀਤਾ ਗਿਆ ਸੀਗਾ। ਕੱਲ੍ਹ ਚੰਡੀਗੜ੍ਹ ਦੀ ਕੋਰਟ ਨੇ ਕਲਿਆਣੀ ਸਿੰਘ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ। ਇਸ ਵੇਲੇ ਇਸ ਕੇਸ ਦੇ ਵਿੱਚ ਫਰੈਸ਼ ਡਿਵੈਲਪਮੈਂਟ ਕੀ ਹੋਈ ਹੈ ਅਤੇ ਸ਼ੁਰੂ ਤੋਂ ਵੀ ਗੱਲ ਕਰਾਂਗੇ ਕਿ ਕੇਸ ਦੇ ਵਿੱਚ ਕੀ ਬਦਲਾਅ ਆਉਂਦੇ ਰਹੇ, ਕਿਵੇਂ ਸਾਰੀ ਕਹਾਣੀ ਸ਼ੁਰੂ ਹੋਈ। ਸਾਡੇ ਨਾਲ ਕਲਿਆਣੀ ਸਿੰਘ ਦੇ ਲਾਇਰ ਨੇ ਐਡਵੋਕੇਟ ਸਰਤੇਜ ਸਿੰਘ ਨਰੂਲਾ ਮੌਜੂਦ ਨੇ। ਇਹਨਾਂ ਤੋਂ ਜਾਣਾਂਗੇ ਵੱਖ-ਵੱਖ ਜਿਹੜੇ ਫੈਕਟਸ ਨੇ ਕੇਸ ਦੇ। ਨਰੂਲਾ ਸਾਹਿਬ ਸਵਾਗਤ ਹੈ ਜੀ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਰੂਲਾ ਸਾਹਿਬ, ਪਹਿਲਾਂ ਤਾਂ ਜੇ ਹੁਣ ਦੀ ਗੱਲ ਕਰੀ, ਦੁਬਾਰਾ ਕੇਸ ਜਿਹੜਾ ਹੈਗਾ ਚਰਚਾ 'ਚ ਆਇਆ। 2015 ਦੇ ਵਿੱਚ ਇੰਸੀਡੈਂਟ ਹੋਇਆ ਸੀ ਅਤੇ ਹੁਣ ਅਰੈਸਟ ਪਾਈ ਗਈ ਹੈ CBI ਵੱਲੋਂ ਕਲਿਆਣੀ ਸਿੰਘ ਦੀ। 6 ਦਿਨ ਰਿਮਾਂਡ 'ਤੇ ਰੱਖਿਆ, ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਕੀਤਾ ਜੀ। ਅਤੇ ਹੁਣ ਕੁਛ ਨਵਾਂ ਨਿਕਲ ਕੇ ਆਇਆ ਜੀ ਕੇਸ ਦੇ ਵਿੱਚ, ਜਿਹੜੇ ਕਸਟਡੀ ਦੇ ਵਿੱਚ ਕੀ ਕੁਛ ਜਿਹੜੀ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ? ਨਹੀਂ, ਕੁਝ ਨਵਾਂ ਨਹੀਂ ਨਿਕਲਿਆ ਜੀ। CBI ਨੇ ਦੋਨੋਂ ਵਾਰੀ ਰਿਮਾਂਡ ਐਪਲੀਕੇਸ਼ਨਸ ਫਾਈਲ ਕੀਤੀਆਂ। ਦੋਨੋਂ ਵਾਰੀ ਹੀ ਕੋਈ ਚੀਜ਼ ਐਸੀ ਨਹੀਂ ਆਈ ਜਿਹਦੇ ਨਾਲ ਕੋਈ ਸਾਬਿਤ ਹੋਏ ਕਿ ਕਲਿਆਣੀ ਸਿੰਘ ਮੌਕੇ 'ਤੇ ਸੀ ਜਾਂ ਉਹਦਾ ਕੋਈ ਇਹਦੇ 'ਚ ਹੱਥ ਹੈ। ਕੋਈ ਚੀਜ਼ CBI ਕੋਲ ਨਹੀਂ ਆਈ। ਜਿਹੜੀ ਚੀਜ਼ਾਂ ਇਹਨਾਂ ਕੋਲ ਪਹਿਲਾਂ ਮੌਜੂਦ ਸੀਗੀਆਂ, ਜੋ ਵੀ ਗਵਾਹ ਸੀਗੇ, ਜਿਹੜੀ ਵੀ CCTV ਫੁਟੇਜ ਪਹਿਲਾਂ ਦੀ ਹੈ, ਜਿਹੜੀ ਕਿ ਅਨਟ੍ਰੇਸਡ ਰਿਪੋਰਟ ਦਸੰਬਰ 2020 ਤੋਂ ਫਾਈਲ ਕਰਨ ਦੀ ਪਹਿਲਾਂ ਦੀ ਹੈ, ਸਿਰਫ ਉਹੀ ਇਹਨਾਂ ਕੋਲ ਹੈ। ਉਸ ਤੋਂ ਬਾਅਦ ਦੇ ਹੈਵ ਨਾਟ ਬਿਨ ਏਬਲ ਟੂ ਕਲੈਕਟ ਐਨੀ ਐਵੀਡੈਂਸ। ਅਤੇ ਫੜਨ ਦਾ ਕੀ ਕਾਰਨ ਹੈ ਉਹ ਵੀ ਕੋਈ ਜ਼ਾਹਿਰ ਨਹੀਂ ਹੈ। ਅੱਜ ਸਿਰਫ ਕਿਤੋਂ ਪ੍ਰੈਸ਼ਰ ਲੱਗਦਾ ਹੈ ਕਿ ਕਿਸੇ ਤਰੀਕੇ ਕੇਸ ਸੋਲਵ ਕਰਕੇ ਦਿਖਾਉਣਾ, ਸੋ ਅਸੀਂ ਸੋਲਵ ਕਰ ਦਈਏ ਬਸ। ਵੀ ਕਾਰਨ ਕੀ ਮੰਨਦੇ ਹੋ ਜੀ? ਕਿਉਂਕਿ ਲੋਕ ਵੀ ਹੈਰਾਨ ਨੇ ਵੀ 2015 ਦੇ ਵਿੱਚ ਇੰਸੀਡੈਂਟ ਹੋਇਆ, ਪਹਿਲਾਂ ਪੁਲਿਸ ਤੋਂ ਕੁਛ ਇਹਦੇ ਵਿੱਚ ਪੁਲਿਸ ਨਹੀਂ ਕਰ ਪਾਈ, ਫਿਰ CBI ਨੇ ਟੇਕਅਪ ਕਰ ਲਿਆ। CBI ਵੀ ਹੁਣ ਇੰਨੇ ਸਾਲਾਂ ਬਾਅਦ, 6 ਸਾਲਾਂ ਬਾਅਦ ਜਾ ਕੇ ਅਰੈਸਟ ਪਾ ਰਹੀ ਹੈ। ਇਹ ਇੰਨਾ ਸਮਾਂ ਕਿਉਂ ਲੱਗ ਰਿਹਾ ਆਈਡੈਂਟੀਫਾਈ ਕਰਨ ਦੇ ਵਿੱਚ ਹੀ ਅਕਿਊਜ਼ਡ ਨੂੰ? ਇਹਨਾਂ ਕੋਲੋਂ ਜੀ ਹਜੇ ਤੱਕ ਕੁਝ ਫੜਿਆ ਹੀ ਨਹੀਂ ਗਿਆ ਬੇਸਿਕਲੀ, ਕਿਉਂਕਿ ਜਿਹੜੀ ਪਹਿਲਾਂ ਤਫਤੀਸ਼ ਹੋ ਚੁੱਕੀ ਸੀਗੀ ਉਹ ਬੜੀ ਡਿਟੇਲ ਤਫਤੀਸ਼ ਸੀਗੀ। ਔਰ ਜਦੋਂ ਇਹਨਾਂ ਨੇ 7/12/20 ਨੂੰ ਅਨਟ੍ਰੇਸਡ ਰਿਪੋਰਟ ਫਾਈਲ ਕੀਤੀ ਹੈ ਕੋਰਟ ਵਿੱਚ ਜਿਹੜੇ IO ਸੀਗੇ ਉਸ ਟਾਈਮ ਮਿਸਟਰ ਪੁਰੀ ASP, ਉਹਨਾਂ ਦਾ ਬਿਆਨ ਵੀ ਦਰਜ ਕੀਤਾ ਗਿਆ। ਉਹਨੇ ਖਾਸ ਕਿਹਾ ਕਿ ਸਾਡੇ ਕੋਲ ਹਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਆਏ ਔਰ ਜਿੱਥੇ ਤੱਕ ਕਲਿਆਣੀ ਸਿੰਘ ਹੈ ਉਹਦੇ ਮੁਤਲਕ ਸਾਡੀ ਤਫਤੀਸ਼ ਕੰਪਲੀਟ ਹੋ ਚੁੱਕੀ ਹੈ। ਉਹਦਾ ਸਪੈਸ਼ਲ ਬਿਆਨ ਹੈ, ਉਹ ਮੈਂ ਤੁਹਾਨੂੰ ਬਿਆਨ ਦੀ ਕਾਪੀ ਵੀ ਦਿਖਾ ਦਿੰਦਾ ਇੱਥੇ ਜੀ। ਇਹ ਬਿਆਨ ਹੈ ਜੀ ਉਹਦਾ। ਇਹ ਸਪੈਸੀਫਿਕਲੀ ਕਹਿੰਦਾ ਹੈਗਾ, ਇਟ ਇਜ਼ ਮੇਡ ਕਲੀਅਰ that currently at the time of filing final report no investigation for the present case is pending except the polygraph test for which permission was taken by the honorable court। ਸੋ ਇਹ ਜਿਹੜਾ ਪੋਲੀਗ੍ਰਾਫ ਦੀ ਵੀ ਗੱਲ ਕਰ ਰਿਹਾ, ਕਿਉਂਕਿ ਕਲਿਆਣੀ ਸਿੰਘ ਦਾ ਪੋਲੀਗ੍ਰਾਫ ਆਲਰੇਡੀ ਹੋ ਚੁੱਕਿਆ ਸੀਗਾ। ਇਹ 2 ਹੋਰ ਮੁਲਜ਼ਮ ਹੈ ਕੋਈ, ਉਹਨਾਂ ਵਾਸਤੇ ਸੀਗਾ। ਔਰ ਇਹਦੇ ਖਾਸ ਕਿਹਾ ਗਿਆ ਸਾਡੀ ਕੋਈ ਤਫਤੀਸ਼ ਹੁਣ ਪੈਂਡਿੰਗ ਨਹੀਂ ਰਹੇਗੀ। ਉਹਦੇ ਬਾਵਜੂਦ ਸਡਨਲੀ ਇਹਨਾਂ ਨੇ ਆ ਕੇ ਹੁਣ 15 ਜੂਨ ਨੂੰ ਕਲਿਆਣੀ ਸਿੰਘ ਨੂੰ ਅਰੈਸਟ ਕਰ ਲਿਆ। ਔਰ ਉਹਦੇ ਰਿਮਾਂਡ ਪੇਪਰ 'ਚ ਕੁਛ ਨਹੀਂ ਲਿਖਿਆ ਕਿ ਅਸੀਂ ਇਹਨੂੰ ਕਿਉਂ ਅਰੈਸਟ ਕਰ ਰਹੇ ਹਾਂ, ਕੀ ਐਵੀਡੈਂਸ ਆ ਗਈ ਹੈ, ਕੋਈ ਨਵਾਂ ਗਵਾਹ ਆ ਗਿਆ, ਕੀ ਆ ਗਿਆ, ਕੋਈ ਚੀਜ਼ ਨਹੀਂ ਹੈ ਕਿਤੇ ਵੀ। ਇਹ ਮੇਨ ਅਕਿਊਜ਼ਡ ਮੰਨਿਆ ਜਾ ਰਿਹਾ ਜੀ। ਫਿਰ ਉਹ ਕਿਸ ਬੇਸਿਸ 'ਤੇ ਕਹਿ ਰਹੇ ਨੇ? ਅਤੇ ਜਿਹੜੇ ਨਾਲ ਹੋਰ ਉਹ ਕਹਿ ਰਹੇ ਨੇ ਵੀ ਕਲਿਆਣੀ ਸਿੰਘ ਦੀ ਹੀ ਕੌਨਸਪੀਰੇਸੀ ਸੀ ਸਾਰੀ, ਹੋਰ ਬੰਦੇ ਉੱਥੇ ਬੁਲਾਏ ਪਾਰਕ ਦੇ ਵਿੱਚ 27 ਸੈਕਟਰ ਜਿੱਥੇ ਹੋਇਆ ਸੀ ਹਾਦਸਾ, ਵੀ ਉਹਨਾਂ ਦੇ ਨਾਲ ਬੁਲਾ ਕੇ ਅਤੇ ਸਾਰਾ ਕਰਵਾਇਆ। ਜਿਹੜੇ ਨਾਲ ਹੋਰਾਂ ਦੀ ਗੱਲ ਕਰ ਰਹੇ ਨੇ ਉਹਨਾਂ ਬਾਰੇ ਵੀ ਕੋਈ CBI ਨੂੰ ਪਤਾ ਲੱਗ ਪਾਇਆ ਵੀ ਉਹ ਕੌਣ ਨੇ ਜੀ? ਨਹੀਂ, ਉਹਨਾਂ ਨੂੰ ਹਾਲੇ ਤੱਕ ਕੁਝ ਨਹੀਂ ਪਤਾ ਜੀ। ਨਾ ਇਹ ਪਤਾ ਕਿ ਕੌਣ ਆਇਆ ਕੌਣ ਗਿਆ। ਇਨਫੈਕਟ ਉਹਨਾਂ ਕੋਲ ਕਲਿਆਣੀ ਸਿੰਘ ਦਾ ਵੀ ਮੌਕੇ 'ਤੇ ਆਉਣ ਦੀ ਕੋਈ ਐਵੀਡੈਂਸ ਨਹੀਂ ਹੈ। ਸਗੋਂ ਜਿਹੜੀ ਐਵੀਡੈਂਸ ਪ੍ਰੋਡਿਊਸ ਕੀਤੀ ਗਈ ਹੈ ਉਹ ਕਲਿਆਣੀ ਸਿੰਘ ਵੱਲੋਂ ਹੀ ਕੀਤੀ ਗਈ ਹੈ, ਦੱਸਣ ਲਈ ਕਿ ਉਹ 10 ਸੈਕਟਰ ਵਿੱਚ ਮੌਜੂਦ ਸੀ ਕਿਸੇ ਬਰਥਡੇ ਫੰਕਸ਼ਨ 'ਤੇ। ਉਹਦੀ ਨਾਨੀ ਦੀ ਭੈਣ ਜੀ ਦਾ ਬਰਥਡੇ ਸੀਗਾ, ਸੋ ਮਾਸੀ ਨਾਨੀ ਦਾ, ਉਹ ਅਟੈਂਡ ਕਰਦੀ ਪਈ ਹੈ। ਉੱਥੇ ਉਹਦੀਆਂ ਕਾਲ ਡਿਟੇਲਸ ਵੀ ਹੈਗੀਆਂ, ਲੋਕੇਸ਼ਨ ਵੀ ਹੈਗੀ ਹੈ ਔਰ ਫੋਟੋਆਂ ਵੀ ਹੈਗੀਆਂ। 1 ਘੰਟੇ ਦਾ ਗੈਪ ਹੈ ਫੋਟੋਆਂ ਵਿੱਚ। ਹੁਣ ਉਹ ਇਹ ਕਹਿਣਾ ਚਾਹ ਰਹੀ ਹੈ, CBI ਰਿਵਰਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਤੁਸੀਂ ਦੱਸੋ, ਤੁਸੀਂ ਘੰਟੇ 'ਚ ਤੁਹਾਡੀ ਫੋਟੋਆਂ ਕਿਉਂ ਨਹੀਂ ਹੈ? ਇਹ ਸਭ ਨੂੰ ਪਤਾ ਹੈ ਕਿ ਕਿਸੇ ਵੀ ਫੰਕਸ਼ਨ 'ਤੇ ਅਸੀਂ ਜਾਂਦੇ ਹਾਂ, ਜੇ ਘਰ ਦਾ ਫੰਕਸ਼ਨ ਹੈ ਕੋਈ ਜਿਹਦੇ 'ਚ 8, 10, 12, 15 ਬੰਦੇ ਹੈ ਤਾਂ ਸਾਰਾ ਟਾਈਮ ਕੋਈ ਫੋਟੋਆਂ ਨਹੀਂ ਖਿੱਚ ਰਿਹਾ ਹੁੰਦਾ। ਪ੍ਰੋਫੈਸ਼ਨਲ ਫੋਟੋਗ੍ਰਾਫਰ ਤਾਂ ਹੁੰਦਾ ਨਹੀਂ ਉਹਦੇ 'ਚ ਕੋਈ ਵੀ। ਉਹ ਕੁੜੀ ਦਾ ਮਾਮਾ ਫੋਟੋਆਂ ਖਿੱਚ ਰਿਹਾ ਸੀਗਾ, ਪਹਿਲਾਂ ਪਹੁੰਚੇ ਫਿਰ ਖਿੱਚ ਲੀਆਂ, ਅਖੀਰ 'ਚ ਫਿਰ ਖਿੱਚ ਲੀਆਂ। ਸਪੋਜ਼ 2 ਮੈਂਬਰ ਫੋਟੋਆਂ 'ਚ ਹੈ ਜਾਂ 2 ਨਹੀਂ ਹੈ, ਉਹਦੇ ਨਾਲ ਕੁਝ ਜ਼ਾਹਿਰ ਨਹੀਂ ਹੁੰਦਾ। ਪਰ ਇਹ ਉਹਨਾਂ ਦੀ ਸਿਰਫ ਕਹਾਣੀ ਇੰਨੀ ਹੈ ਕਿ ਤੁਸੀਂ ਕਿੱਥੇ ਸੀ, ਤੁਸੀਂ ਕਿਉਂਕਿ ਨਹੀਂ ਸਾਬਿਤ ਕਰ ਸਕ ਰਹੇ ਕਿ 1 ਘੰਟਾ ਤੁਸੀਂ ਉੱਥੇ ਸੀ, ਇਸ ਲਈ ਮੁਲਜ਼ਮ ਤੁਸੀਂ ਹੋ। ਇਸ ਪ੍ਰਮਾਈਜ਼ 'ਤੇ ਸਿਰਫ CBI ਚੱਲੀ ਹੋਈ ਹੈ। ਦੇ ਹੈਵ ਨਥਿੰਗ ਐਲਸ ਵਿਦ ਦੈਮ। ਐਂਡ ਇਨਫੈਕਟ ਜਿੱਥੇ ਤੱਕ ਤੁਸੀਂ ਕਹਿ ਰਹੇ ਹੋ ਕਿੰਨੇ ਮਾਰਿਆ, ਕਿਵੇਂ ਮਾਰਿਆ, ਹੋਰ ਕੌਣ ਹੈ, ਇਨੀਸ਼ੀਅਲੀ ਦੀ ਸਟੋਰੀ ਪ੍ਰਪਾਉਂਡਡ ਬਾਈ ਦੀ CIBI ਵਾਜ਼ ਕਿ ਜਿਹੜੇ ਇਹਨੇ ਕੋਈ ਕੰਟਰੈਕਟ ਕਿਲਰਸ ਲਿੱਤੇ ਹੋਏ ਸੀਗੇ। ਹਾਂਜੀ। ਹੁਣ ਉਹ ਕੰਟਰੈਕਟ ਕਿਲਰ ਦੀ ਕਹਾਣੀ ਖਤਮ ਕਰਤੀ। ਹੁਣ ਕਹਾਣੀ ਆ ਗਈ ਕਿ ਕੌਨਸਪੀਰੇਸੀ ਸੀ ਪਹਿਲਾਂ ਸਿਰਫ, ਔਰ ਸਿਰਫ ਇਹਨੇ ਖਰੀਦੇ ਸੀ। ਹੁਣ ਆ ਗਈ ਕਿ ਇਹ ਮੌਕੇ 'ਤੇ ਪ੍ਰੈਜ਼ੈਂਟ ਸੀਗੀ। ਹੁਣ ਮੌਕੇ 'ਤੇ ਹੋਰ ਕੌਣ ਪ੍ਰੈਜ਼ੈਂਟ ਸੀ ਉਹ ਵੀ ਲੱਭਣਾ ਪੈਣਾ। ਹੁਣ ਉਹ ਲੱਭ ਨਹੀਂ ਰਿਹਾ ਇਹਨਾਂ ਨੂੰ।
ਐਂਡ ਜਿਹੜੇ ਉਹਦੇ ਸ਼ਾਟਸ ਹੈਗੇ ਆ ਮਰਨ ਵਾਲੇ ਦੇ ਸਿੱਪੀ ਦੇ, ਉਹ 4-12 ਬੋਰ ਦੇ ਸ਼ਾਟ ਹੈ ਉਹਦੇ ਵੱਜੇ ਹੋਏ। ਔਰ ਇਹ ਜ਼ਾਹਿਰ ਹੈ ਇਹਨਾਂ ਦੀ ਰਿਪੋਰਟ CBI ਦੀ ਆਪਣੀ ਫੋਰੈਂਸਿਕ ਦੀ ਰਿਪੋਰਟ ਹੈ ਕਿ ਸ਼ਾਟਗਨ ਹੈ, ਮਤਲਬ ਕੱਟਿਆਂ ਨਾਲ ਮਾਰਿਆ ਹੈ। ਤੇ ਜੇ ਕੱਟੇ ਰੀਲੋਡ ਵੀ ਨਹੀਂ ਹੋਣੇ, ਸੋ ਇਹਦਾ ਮਤਲਬ ਇੱਕ ਨਹੀਂ 4 ਬੰਦੇ ਹੋਣੇ ਚਾਹੀਦੇ ਮਾਰਨ ਵਾਲੇ, ਕੋਈ 4 ਗੋਲੀਆਂ ਔਰ ਕੁਇਕ ਸਕਸੈਸ਼ਨ 'ਚ ਹੈ। ਇਹਨਾਂ ਦੇ ਗਵਾਹ ਕਹਿੰਦੇ 4 ਗੋਲੀਆਂ ਦੀ ਫਟਾਫਟ ਆਵਾਜ਼ ਆਈ ਹੈ ਔਰ ਉੱਥੇ ਕੋਈ ਖੋਲ ਨਹੀਂ ਹੈ, ਕੋਈ ਐਮਟੀ ਨਹੀਂ, ਕੁਝ ਨਹੀਂ ਗਿਰਿਆ ਹੋਇਆ ਉੱਥੇ। ਸੋ ਰੀਲੋਡਿੰਗ ਦਾ ਕੇਸ ਵੀ ਖਤਮ ਹੋ ਗਿਆ। ਔਰ ਜਿੱਥੇ ਤੱਕ ਹੁਣ ਇਹ ਕਿ ਕੌਣ ਹੈ, ਇਹਨਾਂ ਨੇ ਕਰਦੇ ਕਰਦੇ ਜੋ ਸਟੋਰੀ ਹੁਣ ਬਣਾਉਣ ਲੱਗ ਗਏ ਕਿ ਕਲਿਆਣੀ ਸਿੰਘ ਹੈ, ਹੁਣ ਅਗਲੀ ਕਹਾਣੀ ਇਹ ਵੀ ਬਣਾਉਣਗੇ ਕਿ ਜੀ ਕੋਈ ਨਹੀਂ, ਕਲਿਆਣੀ ਤਾਂ ਆਪਣੇ ਫਾਦਰ ਨਾਲ ਕਾ ਕੇ ਮਾਰ ਕੇ ਆਈ ਹੈ, ਜੋ ਉਹਨੇ ਸਟੋਰੀ ਲੱਗਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਜਿਸ ਕਰਕੇ ਇਹਨਾਂ ਨੇ ਸਾਰੀ ਫੈਮਿਲੀ ਨੂੰ ਬੁਲਾਇਆ, ਕੁੜੀ ਦੇ ਫਾਦਰ ਨੂੰ, ਉਹਦੇ ਮਾਮੇ ਨੂੰ, ਮਾਸੜ ਨੂੰ, ਕਜ਼ਨ ਨੂੰ ਔਰ 2 ਹੋਰ ਲਾਇਰਸ ਨੂੰ ਬੁਲਾ ਕੇ ਇਹਨਾਂ ਨੇ ਉੱਥੇ ਉਹਨਾਂ ਨੂੰ ਭਜਾਇਆ, ਮੌਕੇ 'ਤੇ ਭਜਾ ਕੇ ਦੇਖ ਲਿਆ, ਚਲਾ ਕੇ ਦੇਖ ਲਿਆ, ਗੱਡੀ 'ਚ ਬਿਠਾ ਕੇ ਦੇਖ ਲਿਆ ਤਾਂ ਕਿ CCTV ਨਾਲ ਮੈਪਿੰਗ ਕਰ ਲਈਏ। ਉਹ ਇਹਨਾਂ ਨੇ ਮੈਪਿੰਗ ਵੀ ਕਰਵਾ ਲਈ, ਉਹ ਵੀ ਨੈਗੇਟਿਵ ਆ ਗਈ ਕਿ ਕੋਈ ਫੈਮਿਲੀ ਮੈਂਬਰ ਨਹੀਂ ਹੈ। ਇਸ ਲਈ ਹੁਣ ਕੇਸ ਇਹਨਾਂ ਦਾ ਬਿਲਕੁਲ ਡੈਡ ਐਂਡ 'ਤੇ ਆ ਗਿਆ, ਰੋਡ ਬਲੌਕ 'ਤੇ ਆ ਗਿਆ, ਕਿਉਂਕਿ ਕੋਈ ਐਵੀਡੈਂਸ ਹੈ ਹੀ ਨਹੀਂ ਤਾਂ ਕੱਢਣਗੇ ਕਿੱਥੋਂ। ਔਰ ਤੁਸੀਂ ਕਿਸੇ ਇਨੋਸੈਂਟ ਬੰਦੇ ਨੂੰ ਫੜ ਲਓ, ਉਹਨੂੰ ਕੁੱਟੋ ਜਾਂ ਉਹਨੂੰ ਹਰਾਸ ਕਰੋ ਜਾਂ ਕਿਸੇ ਤਰੀਕੇ ਨਾਲ ਵੀ ਮੈਂਟਲੀ ਟੌਰਚਰ ਕਰੋ ਔਰ ਉਹਨੂੰ ਇਹ ਕਹਿਣਾ ਚਾਹੋ ਕਿ ਤੂੰ ਦੱਸ ਬਈ ਮੰਨ ਜਾ ਤੂੰ ਕੀਤਾ, ਹਾਊ ਵਿਲ ਸ਼ੀ ਐਗਰੀ? ਕਿੱਥੋਂ ਕੱਢ ਕੇ ਲਿਆਏਗੀ ਐਵੀਡੈਂਸ? ਕਿੱਦਾਂ ਨਾਮ ਲੈ ਦੇ ਉਹ ਨਾ ਜੋ। ਸੋ ਉਹ ਵੀ ਇਹਨਾਂ ਨੇ ਆਪਣੀ ਕੋਸ਼ਿਸ਼ ਪੂਰੀ ਕਰ ਲਈ, 6 ਦਿਨ ਦਾ ਰਿਮਾਂਡ ਲੈ ਕੇ, ਉਹ ਵੀ ਇਹਨਾਂ ਤੋਂ ਨਹੀਂ ਨਿਕਲਿਆ। ਪਰ ਇਹਨਾਂ ਨੇ ਕਿਹਾ ਜੀ ਜਿਹੜੀ CBI ਨੇ ਦਿੱਤੀ ਸੀ ਜਦੋਂ ਪਹਿਲਾਂ ਜਿਹੜਾ 4 ਦਿਨ ਦਾ ਰਿਮਾਂਡ ਖਤਮ ਹੋਇਆ, ਉਹ ਕਹਿੰਦੇ ਵੀ ਅਨਕੋਆਪਰੇਟਿਵ ਹੈ ਇਹ, ਬਿਲਕੁਲ ਕਿਸੇ ਸਵਾਲ ਦਾ ਕਲੀਅਰਲੀ ਜਵਾਬ ਨਹੀਂ ਦੇ ਰਹੇ। ਤੇ ਇੱਕ ਇਹ ਵੀ ਕਿਹਾ ਗਿਆ ਕਿਉਂਕਿ ਉਹ ਆਪ ਲਾਅ ਗ੍ਰੈਜੂਏਟ ਸੀਗੇ ਤਾਂ ਉਹਨਾਂ ਨੂੰ ਪਤਾ ਸਾਰਾ ਵੀ ਕਾਨੂੰਨ ਦੀ ਹਰ ਇੱਕ ਬਰੀਕੀਆਂ ਦਾ ਪਤਾ, ਤੇ ਜਾਣ ਬੁੱਝ ਕੇ ਉਹ ਜਿਹੜੀਆਂ ਸਟੇਟਮੈਂਟ ਉਸ ਤਰ੍ਹਾਂ ਦੇ ਦਿੰਦੇ ਨੇ ਤੇ ਕੁਝ ਵੀ ਮੰਨਣ ਤੋਂ ਜਿਹੜਾ ਹੈਗਾ ਉਹ ਇਨਕਾਰ ਕਰ ਰਹੇ ਨੇ। ਲੱਗਿਆ ਵੀ ਤੁਹਾਨੂੰ ਵੀ ਇਸ ਤਰੀਕੇ ਦਾ ਵੀ ਤੁਹਾਡਾ ਕਲਾਇੰਟਸ ਜਿਹੜੇ ਇੰਨੇ 6 ਦਿਨ ਦੇ ਵਿੱਚ ਰਹਿ ਕੇ ਵੀ ਹੈ ਬਿਲਕੁਲ ਵੀ ਕੋਆਪਰੇਟ ਨਹੀਂ ਕੀਤਾ? ਇੱਦਾਂ ਹੈ, ਇਹ ਸਾਰੀ ਮਨ ਘੜੰਤ ਕਹਾਣੀ ਹੈ, ਕੰਪਲੀਟ ਫਾਰਸ। ਬਿਕੋਜ਼ ਵਾਟ ਹੈਪਨਸ ਇਜ਼, ਹੁਣ ਸਪੋਜ਼ ਤੁਹਾਨੂੰ ਜਾਂ ਮੈਨੂੰ ਹੀ ਫੜ ਕੇ ਲੈ ਜਾਣ ਔਰ 6 ਦਿਨ ਰੱਖਣ ਔਰ ਸਾਨੂੰ ਇਹ ਕਹਿਣ ਕਿ ਤੁਸੀਂ ਮੰਨ ਜਾਓ ਕਿ ਤੁਸੀਂ ਮੌਕੇ 'ਤੇ ਸੀਗੇ ਜਾਂ ਤੁਸੀਂ ਮਾਰਿਆ ਜਾਂ ਕਿਵੇਂ ਮਰਵਾਇਆ, ਔਰ ਤੁਸੀਂ ਮੈਂ ਮਰਵਾਇਆ ਨਾ ਹੋਏ ਤਾਂ ਅਸੀਂ ਕੀ ਜਵਾਬ ਦਿਆਂਗੇ? ਦੀ ਨੈਚੁਰਲ ਆਨਸਰ ਇਜ਼ ਮੈਨੂੰ ਨਹੀਂ ਪਤਾ ਜੀ, ਮੈਂ ਇਨਵੋਲਵ ਨਹੀਂ ਜੀ, ਮੈਂ ਮੌਕੇ 'ਤੇ ਨਹੀਂ ਜੀ, ਮੈਂ ਕੁਝ ਦੱਸ ਨਹੀਂ ਸਕਦਾ ਜੀ। ਇਹੀ ਉਹ ਕੁੜੀ ਕਹਿੰਦੀ ਆ ਰਹੀ ਹੈ, ਕਿਉਂਕਿ ਉਹ ਜਦ ਮੌਕੇ 'ਤੇ ਹੈ ਨਹੀਂ, ਉਹਦੀ ਕੋਈ ਇਨਵੋਲਵਮੈਂਟ ਨਹੀਂ ਹੈ, ਹੁਣ ਤੁਸੀਂ ਇਹਨੂੰ ਫੋਰਸ ਥੋੜੀ ਕਰ ਦਿਓਗੇ। ਐਂਡ ਦਿਸ ਇਜ਼ ਐਗਜ਼ੈਕਟਲੀ ਵਾਟ ਦੇ ਸੈਡ ਇਨ ਦੀ ਕੋਰਟ ਆਲਸੋ। ਜਦੋਂ ਦੂਜੀ ਵਾਰੀ ਰਿਮਾਂਡ ਮੰਗਿਆ ਉਹਨਾਂ ਨੇ ਇਹੀ ਕਿਹਾ ਕਿ ਜੀ ਕੋਆਪਰੇਟ ਨਹੀਂ ਕਰ ਰਹੀ, ਦੱਸ ਨਹੀਂ ਰਹੀ, ਇਵੇਸਿਵ ਹੈ। ਮਤਲਬ ਤੁਸੀਂ ਚਾਹੁੰਦੇ ਹੋ ਮੰਨ ਜੇ ਕਿ ਮੈਂ ਮਰਡਰ ਕੀਤਾ ਜਦੋਂ ਉਹਨੇ ਨਹੀਂ ਕੀਤਾ ਤਾਂ? ਇੰਨੀ ਜੀ ਕਹਾਣੀ ਹੈ। ਸੋ ਉਹਨੂੰ ਇਵੇਸਿਵ ਕਹਿਣ ਲੱਗ ਗਿਆ, ਉਹ ਇਵੇਸਿਵ ਕਿੱਥੋਂ ਹੋ ਸਕਦਾ? ਪਰ ਉਹਨਾਂ ਵੱਲੋਂ ਕੁਝ ਹੋਰ ਦੱਸਿਆ ਗਿਆ ਵੀ ਕਿਉਂਕਿ ਪਹਿਲਾਂ ਇੰਨੇ ਵਧੀਆ ਚੰਗਾ ਰਿਲੇਸ਼ਨ ਸੀ ਦੋਵਾਂ ਦਾ, ਵੀ ਚਲੋ ਉਹ ਇਹ ਕਹਿ ਰਹੇ ਨੇ ਕਿ ਮੈਂ ਇਸ ਦੇ ਵਿੱਚ ਇਨਵੋਲਵਡ ਹੀ ਨਹੀਂ, ਪਰ ਕਲਿਆਣੀ ਸਿੰਘ ਜਾਣਦੇ ਹੋਣ ਵੀ ਹੋਰ ਇਹਦੇ ਵਿੱਚ ਕਿਹਦਾ ਹੱਥ ਹੋ ਸਕਦਾ? ਕੋਈ ਇਸ ਤਰੀਕੇ ਦੀ ਕੋਈ ਗੱਲਬਾਤ ਸਾਹਮਣੇ ਆਈ ਹੈ ਵੀ ਜੇ ਉਹ ਆਪ ਨਹੀਂ ਤਾਂ ਉਹ ਜਾਣਦੇ ਹੋਣ ਵੀ ਕਿਹਦਾ ਹੱਥ ਹੋ ਸਕਦਾ ਇਹਦੇ ਪਿੱਛੇ? ਇਹਦੇ ਬਾਰੇ ਜੀ ਨਾ ਤਾਂ ਕਲਿਆਣੀ ਨੂੰ ਪਤਾ ਹੋ ਸਕਦਾ, ਕਿਉਂਕਿ ਇਹਨਾਂ ਦਾ ਜਿੱਦ ਤੱਕ ਪਹਿਲਾਂ ਰਿਲੇਸ਼ਨਸ਼ਿਪ ਸੀਗਾ ਉਹ ਚੱਲ ਰਿਹਾ ਸੀਗਾ ਔਰ ਉਹਦੇ ਚਲਦੇ ਚਲਦੇ ਹੀ CBI ਦੀ ਆਪਣੀ ਰਿਪੋਰਟ ਦੱਸਦੀ ਹੈ ਕਿ ਉਹਦਾ 6 ਕੁੜੀਆਂ ਨਾਲ ਹੋਰ ਚੱਕਰ ਚੱਲ ਰਿਹਾ ਸੀਗਾ। ਸੋ ਔਰ ਜਦੋਂ ਉਹਨਾਂ ਨੇ ਡੇਟਾ ਕਢਵਾਇਆ, ਉਸ ਡੇਟਾ 'ਚ ਬਾਕੀ ਕੁੜੀਆਂ ਦੇ ਵੀ ਕਿਸੇ ਦੀ ਨਾ ਕਿਸੇ ਦੀ ਆਬਸੀਨ ਫੋਟੋਗ੍ਰਾਫਸ ਨਿਕਲੀਆਂ। ਹੁਣ ਉਹ ਕਿਹਦੇ ਨਾਲ ਉਹਦੀ ਲੜਾਈ ਹੈ, ਕਿਹਦੇ ਨਾਲ ਝਗੜਾ ਹੈ, ਉਹ ਦੱਸੇਗਾ ਤਾਂ ਹੈ ਨਹੀਂ। ਇੱਕ ਕੁੜੀ ਨੂੰ ਦੂਜੀਆਂ ਕੁੜੀਆਂ ਬਾਰੇ ਨਹੀਂ ਦੱਸੇਗਾ। ਬਿਲਕੁਲ, ਪਹਿਲੀ ਤਾਂ ਇਹ ਕਹਾਣੀ ਹੈ। ਦੂਸਰੀ ਗੱਲ ਉਹਦੀ ਇਹ ਹੈ ਕਿ ਆਪ ਮੰਨਦਾ ਮੇਰੇ ਕੋਲ 20,000 ਰੁਪਏ ਸੀ 2008 ਵਿੱਚ। ਹੁਣ 20,000 ਤੋਂ ਸਡਨਲੀ 20 ਕਰੋੜ ਦੇ 15 ਕਰੋੜ ਦੇ ਹੋ ਜਾਓ 7 ਸਾਲ 'ਚ, ਤਾਂ ਕੋਈ ਤਾਂ ਤੁਸੀਂ ਕਾਰਸਤਾਨੀ ਕਰ ਰਹੇ ਹੋਵੋਗੇ। ਵਕਾਲਤ 'ਤੇ ਇੰਨੇ ਪੈਸੇ ਬਣਦੇ ਨਹੀਂ ਕਦੀ। ਔਰ CBI ਦੀ ਆਪਣੀ ਰਿਪੋਰਟ ਦੱਸ ਰਹੀ ਹੈ ਕਿ ਉਹ ਪ੍ਰੋਪਰਟੀਆਂ ਵਿੱਚ ਇਨਵੋਲਵ ਸੀਗਾ, ਪ੍ਰੋਪਰਟੀ ਦੀ ਡੀਲਿੰਗ ਕਰ ਰਿਹਾ ਸੀਗਾ, OMAX ਵਾਸਤੇ ਕਰ ਰਿਹਾ ਸੀ, ਪੋਲੀਟੀਸ਼ੀਅਨਸ ਵਾਸਤੇ ਕਰ ਰਿਹਾ ਸੀਗਾ। ਸੋ ਜਦੋਂ ਤੁਸੀਂ ਇਹੋ ਜਿਹਾ ਕੰਮ ਕਰੋਗੇ 2 ਨੰਬਰ ਦਾ, ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਝਗੜਾ ਵੀ ਹੋ ਸਕਦਾ। ਔਰ ਇਹ ਝਗੜਾ ਜ਼ਾਹਿਰ ਹੈ ਕਿਉਂਕਿ ਜਿਹੜੀ ਉਹਦੀ ਗਰਲਫ੍ਰੈਂਡ ਨੰਬਰ 1 ਦੱਸੀ ਗਈ ਹੈ, ਉਹ ਜਦੋਂ 18 ਸਤੰਬਰ ਨੂੰ 2 ਦਿਨ ਪਹਿਲਾਂ ਉਹਦੇ ਨਾਲ ਸੀ, ਤਾਂ ਕੋਈ ਫੋਨ ਆਇਆ ਉਹਨੂੰ, ਤਦ ਉਹ ਵਾਪਸ ਉਹਨੇ ਜਵਾਬ ਦਿੱਤਾ ਮੈਂ ਕਰਦਾ। ਥੋੜ੍ਹੀ ਦੇਰ ਬਾਅਦ ਫਿਰ ਫੋਨ ਆਇਆ ਤੇ ਬਾਹਰ ਨਿਕਲ ਗਿਆ। ਬਾਹਰ ਨਿਕਲ ਕੇ ਜਾ ਕੇ ਵਾਪਸ ਆਇਆ ਜਦੋਂ ਫੋਨ ਸੁਣ ਕੇ, ਤਾਂ ਘਬਰਾਇਆ ਹੋਇਆ ਸੀਗਾ। ਘਬਰਾ ਕੇ ਆ ਕੇ ਕਹਿੰਦਾ ਮੇਰੀ ਤਾਂ ਫਟ ਗਈ। ਹੁਣ ਇਹ ਗੱਲਾਂ ਤੱਕ ਜੇ ਕਲਿਆਣੀ ਦਾ ਫੋਨ ਹੋਏ ਜਾਂ ਕਿਹਦਾ ਫੋਨ ਹੈ, ਇਹ ਤਾਂ ਹੁਣ ਇਹਨਾਂ ਨੂੰ ਐਕਚੁਅਲੀ ਵੈਰੀਫਾਈ ਕਰਨਾ ਚਾਹੀਦਾ ਸੀਗਾ। ਜਿੰਨੇ ਵੀ ਇਹਦੇ ਨਾਲ ਲਿੰਕ ਸੀਗੇ ਉਹ ਸਭ ਦੀਆਂ ਕਾਲਾਂ ਕਢਾਉਂਦੇ। ਆਫਟਰ ਆਲ 20 ਨੂੰ ਜਦੋਂ ਉੱਥੇ ਗਿਆ ਹੈ ਤਾਂ ਉੱਥੇ ਉਹਨੂੰ ਬੁਲਾਇਆ ਕਿੰਨੇ ਆ 20 ਨੂੰ, ਉਹਦਾ ਕੋਈ ਜ਼ਿਕਰ ਨਹੀਂ ਹੈ। ਇਹ ਕਹਿਣਾ ਚਾਹੁੰਦਾ 18 ਨੂੰ ਬੁਲਾਇਆ ਕਲਿਆਣੀ ਨੇ ਕਿਸੇ ਹੋਰ ਦੇ ਫੋਨ ਤੋਂ ਕਰਕੇ। 18 ਨੇ 2 ਕਾਲ ਜੇ ਤੁਹਾਨੂੰ ਮੈਂ ਦੱਸਦੀਆਂ ਕੀ ਆਈਆਂ ਉਹ ਵੀ। ਔਰ 18 ਤੋਂ 20 ਦਾ ਸਮਾਂ ਕਿਵੇਂ ਕੱਢੋਗੇ? 2 ਦਿਨ ਦਾ ਉੱਥੇ ਬੈਠਾ ਰਿਹਾ, 2 ਦਿਨ ਕਿਤੇ ਉਹ ਵੇਟ ਕਰ ਰਿਹਾ ਸੀ ਕਿ ਕਲਿਆਣੀ ਆਏਗੀ ਹੁਣੇ। ਸੋ ਦੇਅਰਫੋਰ 20 ਨੂੰ ਕਿੰਨੇ ਬੁਲਾਇਆ? 20 ਨੂੰ ਕਿਹਦੀ ਕਾਲ ਆਈ ਹੈ? ਕੁਛ ਨਹੀਂ ਹੈ, ਕੋਈ ਐਵੀਡੈਂਸ ਹੀ ਨਹੀਂ ਇਹਨਾਂ ਕੋਲ। ਉਹ ਐਵੀਡੈਂਸ ਤਾਂ ਇਕੱਠੀ ਕਰਨੀ ਸੀ ਨਾ, ਉਹਦੀ ਕਾਲਸ ਦੇਖਣੀਆਂ ਸੀਗੀਆਂ, ਕਿਹਦੀ ਕਾਲ ਆਈ ਹੈ, ਉਹਨੂੰ ਟਰੇਸ ਕਰਨਾ ਸੀ, ਉਹਨੂੰ ਇੰਟਰੋਗੇਟ ਕਰਨਾ ਸੀਗਾ। ਉੱਥੇ ਪਹੁੰਚਣ ਦਾ ਕਾਰਨ ਕੀ ਹੈ,
ਉਸ ਟਾਈਮ। ਔਰ ਕਲਿਆਣੀ ਨੂੰ ਕਿਵੇਂ ਪਤਾ ਕਿ ਉੱਥੇ ਪਹੁੰਚ ਜਾਏਗਾ ਉਸ ਟਾਈਮ? ਕਲਿਆਣੀ ਨੂੰ ਕਿਸੇ ਦਾ ਫੋਨ ਆਇਆ ਹੋਵੇਗਾ ਕਿ ਪਹੁੰਚ ਗਿਆ, ਕਿਉਂਕਿ ਇਹ ਤਾਂ CBI ਵੀ ਮੰਨਦੀ ਹੈ ਕਿ 9:11 ਤੇ ਉਹ ਆਪਣੀ ਨਾਨੀ ਦੇ ਭੈਣ ਦੇ ਘਰ ਹੈ 10 ਸੈਕਟਰ ਵਿੱਚ ਬਾਕੀ ਫੈਮਿਲੀ ਨਾਲ, ਤੇ ਵਿੱਚੋਂ 1 ਘੰਟੇ ਦਾ ਗੈਪ ਕਹਿੰਦੀ ਹੈ ਕਿ ਤੂੰ 1 ਘੰਟਾ ਕਿੱਥੇ ਸੀ। ਸੋ ਜੇ 9:15 ਵਜੇ ਉੱਥੇ ਹੈ ਤਾਂ ਕਿਸੇ ਨੇ ਤਾਂ ਇਨਫੋਰਮ ਕੀਤਾ ਹੋਏਗਾ ਨਾ ਕਿ ਇਸ ਟਾਈਮ ਸਿੱਪੀ ਉੱਥੇ ਆ ਗਿਆ, ਜਾਂ ਕੋਈ ਕਿਲਰਸ ਉੱਥੇ ਪਹੁੰਚ ਗਏ, ਜਾਂ ਉਹਨੇ ਕਿਸੇ ਨੂੰ ਕਿਹਾ ਹੋਣਾ ਨਾਲ ਪਹੁੰਚ ਉੱਥੇ ਭਾਈ ਮਾਰਨਾ, ਕੋਈ ਤਾਂ ਐਵੀਡੈਂਸ ਹੋਏ। ਇੱਦਾਂ ਕਿੱਦਾਂ ਸੁਪਨਾ ਆ ਗਿਆ ਕਿਸੇ ਨੂੰ ਕਿੱਥੇ ਕੌਣ ਪਹੁੰਚ ਗਿਆ। ਪਰ ਨਰੂਲਾ ਸਾਹਿਬ, ਜਿਵੇਂ ਤੁਹਾਨੂੰ ਪਤਾ, ਤੁਸੀਂ ਵੀ ਬੜੇ ਵੱਡੇ ਕੇਸਿਸ ਦੇਖੇ ਆ, ਇਸ ਤਰ੍ਹਾਂ ਦਾ ਕੋਈ ਮਰਡਰ ਕੇਸ ਹੁੰਦਾ ਤਾਂ ਕੋਈ ਨਾ ਕੋਈ ਕਲੂ ਮਿਲ ਹੀ ਜਾਂਦਾ, ਚਾਹੇ ਉਹ CCTV ਕਿਤੋਂ ਦੀ ਵੀ ਆ ਜਾਂਦੀ ਹੈ। ਆਪਾਂ ਹੁਣ ਸਿੱਧੂ ਮੂਸੇਵਾਲਾ ਦਾ ਵੀ ਮਰਡਰ ਕੇਸ ਜਿਹੜਾ ਬੜਾ ਹਾਈਲਾਈਟਡ, ਉਹਦੇ ਵਿੱਚ ਵੀ ਜਿਵੇਂ ਦਿਨ ਬੀਤਦੇ ਗਏ ਕਈ CCTV ਫੁਟੇਜ ਸਾਹਮਣੇ ਆਉਣ ਲੱਗੀਆਂ ਤੇ ਹੌਲੀ ਆਇਡੈਂਟੀਫਿਕੇਸ਼ਨ ਹੈ ਜਿਹੜੀ ਉਹ ਹੁੰਦੀ ਗਈ। ਇਹਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਕੋਈ ਵੀ ਕਲੂ ਨਹੀਂ ਮਿਲ ਪਾਇਆ ਵੀ ਕੋਈ ਆਇਆ ਹੋਵੇ, ਕਿਸੇ ਨੂੰ ਕਿਸੇ ਦਾ ਕੋਈ ਫੇਸ ਦੇਖਿਆ ਹੋਵੇ, ਜਾਂ ਕੁਝ ਵੀ ਇਸ ਤਰ੍ਹਾਂ ਤਰੀਕੇ ਦੀ ਜਿਹੜੀ ਕੋਈ ਪੁਲਿਸ ਨੂੰ ਜਾਂ CBI ਨੂੰ ਆਪਣੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਿਆ ਹੋਵੇ। ਇਹ ਜੀ ਜਿੱਥੇ ਤੱਕ ਇਹਦਾ ਮਸਲਾ ਸੋਲਵ ਕਰਨ ਦਾ, ਇਹ CBI ਦੀ ਨਲਾਇਕੀ ਹੈ, ਹੋਰ ਕੁਝ ਨਹੀਂ ਹੈ। ਇਹਨੂੰ ਤਾਂ ਪੰਜਾਬ ਪੁਲਿਸ ਚੰਗੀ ਹੈ, ਕਿਉਂਕਿ ਇਹਨਾਂ ਨੇ ਸਿਰਫ ਇੱਕ ਮੁੱਦਾ ਫੜ ਲਿਆ ਸ਼ੁਰੂ ਤੋਂ ਹੀ ਕਿ ਕਲਿਆਣੀ ਸਿੰਘ ਹੀ ਹੋਣੀ ਚਾਹੀਦੀ ਹੈ ਮਰਡਰ, ਔਰ ਜੇ ਉਹ ਨਹੀਂ ਮਿਲਿਆ ਕੋਈ ਐਵੀਡੈਂਸ ਤਾਂ ਆਪਾਂ ਫੜ ਕੇ ਅੰਦਰ ਕਰਤਾ ਧੱਕੇ ਨਾਲ ਤੇ ਮਨਾ ਕੇ ਰੱਖਾਂਗੇ ਉਹਨੂੰ ਕਿ ਤੂੰ ਹੈਗੀ ਆ। ਅਦਰਵਾਈਜ਼ ਜਦੋਂ ਇਹ ਕਹਿੰਦੇ ਆ ਜੀ CCTV ਫੁਟੇਜ ਉੱਤੇ ਸਾਡੇ ਕੋਲ ਸੀਗੀ, ਤਾਂ ਉਸ ਟਾਈਮ 6 ਸਾਲ ਕਿਉਂ ਨਹੀਂ ਫੜਿਆ ਕਲਿਆਣੀ ਨੂੰ? ਪਹਿਲਾ ਹੀ ਗੱਲ। ਦੂਜਾ, ਜਿਹੜਾ ਇਹਨਾਂ ਦੀ ਪਹਿਲੀ ਗਵਾਹ ਹੈਗੀ ਹੈ ਅਮ੍ਰਿਤਾ ਸਿੰਘ, ਉਹ ਜਿਹੜੀ ਮੌਕੇ ਤੇ ਕਹਿੰਦੀ ਮੈਂ ਕੁੜੀ ਭੱਜਦੀ ਦੇਖੀ ਹੈ, ਉਹ ਇਹ ਵੀ ਕਹਿੰਦੀ ਹੈ ਕਿ ਕੁੜੀ ਚੀਕ ਮਾਰਦੀ ਹੋਈ ਭੱਜੀ ਹੈ। ਤੇ ਚੀਕ ਮਾਰ ਤੇ ਜਿਹੜਾ ਮਾਰ ਕੇ ਆਇਆ ਉਹ ਚੀਕ ਮਾਰ ਕੇ ਤਾਂ ਭੱਜੇਗਾ ਨਹੀਂ, ਇਹ ਤਾਂ ਕੋਈ ਡਰ ਕੇ ਭੱਜੇਗਾ ਉੱਥੋਂ। CBI ਨੇ ਇਹ ਵੀ ਨਹੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉੱਥੇ ਵੱਡਾ ਪਾਰਕ ਹੈ, ਵੱਡੇ ਪਾਰਕ 'ਚ ਰਾਤ ਨੂੰ ਕੋਈ ਸੈਰ ਵੀ ਕਰ ਰਿਹਾ ਹੋ ਸਕਦਾ, ਕੋਈ ਉੱਥੇ ਮੁੰਡਾ ਕੁੜੀ ਬਹਿ ਕੇ ਸ਼ਾਮ ਨੂੰ ਗੱਲਾਂ ਵੀ ਮਾਰ ਰਹੇ ਹੋ ਸਕਦੇ ਆ। ਇਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਐਂਗਲ, ਸਿਰਫ ਇੱਕ ਕੁੜੀ ਦੇਖੀ ਭੱਜਦੀ, ਉਹ ਤਾਂ ਫਿਰ ਹੋਰ ਨਹੀਂ ਤਾਂ ਕੋਈ ਕਲਿਆਣੀ ਸਿੰਘ ਹੀ ਹੋ ਸਕਦੀ ਹੈ, ਕਿਉਂਕਿ ਕੱਦ ਕਾਠ ਮਿਲਦਾ। ਹੁਣ ਆਮ ਕੁੜੀਆਂ ਦਾ ਚੰਡੀਗੜ੍ਹ ਵਿੱਚ ਦੇਖੋਗੇ ਤਾਂ ਜ਼ਿਆਦਾਤਰ ਕੱਦ 5 ਫੁੱਟ 3, 4, 2 ਇੰਚ ਹੀ ਹੈ, ਵਾਲ ਵੀ ਸਭ ਨੇ ਕੱਟੇ ਹੋਏ ਆ। ਸੋ ਹਾਊ ਡੂ ਯੂ ਆਈਡੈਂਟੀਫਾਈ ਕਿ ਕਲਿਆਣੀ ਸਿੰਘ ਆ? ਫਿਰ ਨੂੰ ਵੀ ਤਾਂ ਕੋਈ ਹੈ ਹੀ ਨਹੀਂ। ਸੋ ਦੇਅਰਫੋਰ ਸਾਰੀ ਮਨ ਘੜੰਤ ਕਾੜੀਆਂ, ਬਿਕੋਜ਼ ਇਹਨਾਂ ਦੀ ਬੇਸਿਕਲੀ ਨੀਅਤ ਹੀ ਨਹੀਂ ਸੀ ਸੋਲਵ ਕਰਨ ਦੀ। ਇਹਨਾਂ ਨੇ ਸ਼ੁਰੂ ਤੋਂ ਟਾਰਗੇਟ ਕੀਤਾ ਇੱਕ ਕੁੜੀ ਨੂੰ, ਔਰ ਉਹਨੂੰ ਹੀ ਟਾਰਗੇਟ ਕਰਦੇ ਚਲੇ ਗਏ, ਉਹ ਵੀ ਫੈਮਿਲੀ ਦੇ ਕਹਿਣ 'ਤੇ ਬੇਸ 'ਤੇ, ਬਿਕੋਜ਼ ਅਦਰਵਾਈਜ਼ ਇਹਨਾਂ ਕੋਲ ਕੁਛ ਹੈ ਹੀ ਨਹੀਂ ਅੱਜ ਤੱਕ ਦੇ ਹੈਵ ਨਾਟ ਬੀਨ ਏਬਲ ਟੂ ਕਨੈਕਟ ਅ ਸਿੰਗਲ ਪੀਸ ਆਫ ਐਵੀਡੈਂਸ ਵਿਚ ਕਨੈਕਟਸ ਅ ਡਾਇਰੈਕਟਲੀ। ਪਰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹਨਾਂ ਦੀ ਸਾਰੀ ਲੱਗਦਾ ਹੈ ਵੀ ਇਨਵੈਸਟੀਗੇਸ਼ਨ ਹੈ ਸਿਰਫ ਇਸੇ ਪਾਸੇ ਘੁੰਮ ਰਹੀ ਹੈ ਵੀ ਕਲਿਆਣੀ ਸਿੰਘ ਅਕਿਊਜ਼ਡ ਹੈ ਤੇ ਉਹਨੂੰ ਅਸੀਂ ਪ੍ਰੂਵ ਕਰਨਾ ਹੈ। ਪਰ ਜੇ ਉਵੇਂ ਦੇਖੀ, ਕਿਉਂਕਿ ਪੁਲਿਸ ਤੋਂ ਕੁਝ ਨਹੀਂ ਹੋਇਆ ਤੇ CBI ਨੂੰ ਦਿੱਤਾ ਗਿਆ, ਤਾਂ ਲੋਕਾਂ ਨੂੰ ਵੀ ਸੀਗਾ ਵੀ CBI ਇਨਵੈਸਟੀਗੇਟ ਕਰੂਗੀ, ਸ਼ਾਇਦ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ। ਪਰ ਇੰਨੇ ਸਾਲਾਂ 'ਚ ਫੇਰ ਕੋਈ ਮੇਨ ਇਹਦੇ ਵਿੱਚ ਕੋਈ ਹੈਡਵੇ ਨਜ਼ਰ ਨਹੀਂ ਆ ਰਿਹਾ। ਤੇ ਤੁਸੀਂ ਕੀ ਮੰਨਦੇ ਹੋ ਵੀ ਹੁਣ ਇਹ ਕੇਸ ਦਾ ਜਿਹੜਾ ਨਿਪਟਾਰਾ ਕਿਵੇਂ ਹੋ ਸਕਦਾ, ਕਿਵੇਂ ਟਰੇਸ ਹੋ ਸਕਦਾ ਫਿਲੀ? ਦੇਖੋ, ਟਰੇਸ ਦਾ ਤਾਂ ਹੁਣ ਇੰਨੇ ਸਾਲਾਂ ਬਾਅਦ ਐਵੀਡੈਂਸ ਇਕੱਠੀ ਕਰਨੀ ਬੜੀ ਔਖੀ ਹੈ। ਸੋ ਹੁਣ CBI ਆਪਣੀ ਇੱਜ਼ਤ ਬਚਾਉਣ ਲਈ ਹੁਣ ਹੋਰ ਪ੍ਰੋਬਲਮ ਆ ਗਈ, ਕਿਉਂਕਿ ਇੱਕ ਬੱਚਾ ਅਰੈਸਟ ਕਰ ਲਿਆ, ਕੁੜੀ ਅਰੈਸਟ ਕਰ ਲਈ ਹੈ, ਔਰ ਅਫਸਰ ਦੀ ਕੁੜੀ ਹੈ ਵੱਡੀ ਦੀ। ਹੁਣ ਜੇ ਤਾਂ ਕੋਈ ਬਾਹਰ ਦੀ ਪੁਲਿਸ ਹੁੰਦੀ ਵੈਸਟਰਨ, ਉਹ ਆਪਣੀ ਮੋਰਲ ਰਿਸਪੌਂਸਿਬਿਲਿਟੀ ਲੈ ਕੇ ਕਹਿੰਦੇ ਜੀ ਗਲਤ ਫੜ ਲਈ ਕੁੜੀ, ਅਸੀਂ ਛੱਡ ਰਹੇ ਹਾਂ ਜੀ। ਐਵੀਡੈਂਸ ਕੋਈ ਨਹੀਂ ਮਿਲੀ, ਕਿਉਂਕਿ ਇਹਨਾਂ ਨੂੰ ਐਵੀਡੈਂਸ ਵਾਕਈ ਕੋਈ ਨਹੀਂ ਮਿਲੀ। 6 ਦਿਨ 'ਚ ਵੀ ਕੁਝ ਨਹੀਂ ਮਿਲਿਆ ਇਹਨਾਂ ਨੂੰ, ਕੋਈ ਰਿਕਵਰੀ ਨਹੀਂ ਹੈ। ਇਹ ਨਹੀਂ ਕਿ ਪਿਸਤੌਲ ਫੜ ਲਈ, ਕੁਝ ਹੋਰ ਫੜ ਲਿਆ, ਕੋਈ ਐਮਟੀ ਲੱਭ ਲਈ, ਕੁਝ ਵੀ ਨਹੀਂ ਹੈ। ਸੋ ਜੇ ਕੁਝ ਵੀ ਨਹੀਂ ਲੱਭਿਆ ਤਾਂ ਹੁਣ CBI ਨੂੰ ਤਾਂ ਚਾਹੀਦਾ ਸੀਗਾ ਕਿ ਕਹਿੰਦੇ ਕਿ ਜੀ ਸਾਨੂੰ ਕੁਝ ਨਹੀਂ ਲੱਭਿਆ, ਅਸੀਂ ਕੇਸ ਬੰਦ ਕਰ ਦਿੰਦੇ ਹਾਂ। ਉਹ ਇਹਨਾਂ ਨੇ ਕਰਨਾ ਨਹੀਂ। ਸੋ ਜੇ ਕਰਨਾ ਨਹੀਂ, ਹੁਣ ਸੋਲਵ ਕਰਨ ਦੀ ਕੋਸ਼ਿਸ਼। ਇਹ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਫੋਰੈਂਸਿਕ ਸਾਈਕੋਲੋਜਿਸਟ ਦੇ ਸਾਹਮਣੇ ਬਿਠਾ ਕੇ ਆ ਪੁੱਛਗਿੱਛ ਕਰਨੀ ਚਾਹੁੰਦੇ ਆ, ਉਹ ਕੀਤੀ ਸੀ ਜੀ? ਉਹਦੇ 'ਚ ਕੁਝ ਪਤਾ ਲੱਗਿਆ? ਬਿਲਕੁਲ ਕੀਤਾ ਜੀ ਇਹਨਾਂ ਨੇ। ਉਹੀ ਜਿਹੜੀ ਮੈਂ ਗੱਲ ਦੱਸੀ ਹੈ, ਪਹਿਲਾਂ ਪੋਲੀਗ੍ਰਾਫ ਟੈਸਟ ਹੋਇਆ ਸੀ ਅਨਟ੍ਰੇਸ ਰਿਪੋਰਟ ਤੋਂ ਪਹਿਲਾਂ, ਹੁਣ ਉਹ ਸਾਈਕੋਲੋਜਿਸਟ ਬਿਠਾ ਲਏ ਨਾਲ 2। ਪਰ ਜਿਹੜੇ ਬੱਚੇ ਨੂੰ ਪਤਾ ਕੁਝ ਨਹੀਂ, ਉਹ ਦੱਸੇਗਾ ਕਿ ਉਹਦਾ ਜਵਾਬ ਤਾਂ ਇੱਕੋ ਹੀ ਹੈ ਕਿ ਮੈਂ ਉੱਥੇ ਮੌਕੇ 'ਤੇ ਨਹੀਂ ਹਾਂ। ਠੀਕ ਹੈ ਨਾ ਜੀ, ਟੌਰਚਰ ਕਰਕੇ ਵੀ ਦੇਖ ਲਿਆ, ਸਭ ਕੁਝ ਕਰਕੇ ਦੇਖ ਲਿਆ। ਆਮ ਤੌਰ 'ਤੇ ਇਹੀ ਪੰਜਾਬ ਪੁਲਿਸ ਕਰਦੀ ਹੈ, ਉਹ ਇਸ ਵਾਰੀ CBI ਨੇ ਕਰਕੇ ਦੇਖ ਲਿਆ। ਪਰ ਸੱਚ ਤਾਂ ਸੱਚ ਹੀ ਰਹੇਗਾ, ਇਸ ਲਈ ਨਿਕਲਿਆ ਕੁਝ ਨਹੀਂ। ਹੁਣ ਇਹਨਾਂ ਦੀ ਕੋਸ਼ਿਸ਼ ਜੋ ਮੈਨੂੰ ਨਾ ਸਮਝ ਆਉਂਦੀ ਹੈ, ਅਗਲੀ ਕੋਸ਼ਿਸ਼ ਇਹ ਨਾ ਕਰਨ ਹੁਣ ਕਿ ਹੁਣ ਤਾਂ ਕੋਈ ਹੱਲ ਮਿਲਿਆ ਨਹੀਂ, ਹੋਰ ਚਲੋ ਕੋਈ ਘਰ ਦਾ ਬੰਦਾ ਹੀ ਪਾ ਦਿੰਦੇ ਸ਼ੂਟਰ ਬਣਾ ਕੇ। ਇਹ ਵੀ ਕਰ ਸਕਦੀ CBI। ਤੁਹਾਨੂੰ ਲੱਗਦਾ ਵੀ ਹੁਣ 6 ਦਿਨ ਜਿਹੜਾ ਕਸਟਡੀ 'ਚ ਰੱਖਿਆ ਤੇ ਕੁਝ ਖਾਸ ਨਹੀਂ ਹੋਇਆ, ਤੇ ਹੁਣ ਅਗਲਾ ਸਟੈਪ ਜਿਹੜਾ ਇਹ ਸ਼ਾਇਦ ਇਹ ਹੋ ਸਕਦਾ CBI ਦਾ? ਬਿਲਕੁਲ ਇਹੀ ਕਰਨਾ ਪਏਗਾ ਜੀ, ਕਿਉਂਕਿ ਹੈਡਵੇ ਤਾਂ ਮਿਲ ਨਹੀਂ ਰਿਹਾ। ਅੱਗੇ ਸੜਕ ਬੰਦ ਹੋ ਗਈ ਆ, ਹੁਣ ਆਪਣੀ ਬੇਇੱਜ਼ਤੀ ਕਰਾਉਣ ਆ ਤਾਂ, ਔਰ ਮੰਨ ਜਾਣ ਕਿ ਅਸੀਂ ਗਲਤ ਕਰ ਲਿਆ। ਉਹ ਸਾਡੇ 'ਚ ਕਿੱਥੇ ਸ਼ਮਤਾ, ਮੋਰਲ ਰਿਸਪੌਂਸਿਬਿਲਿਟੀ ਸਾਡੀ ਸੋਸਾਇਟੀ 'ਚ ਕਿੱਥੇ ਮਿਲ ਰਹੀ ਹੈ ਕਿਸੇ ਕੋਲੇ? ਸੋ ਦੇਅਰਫੋਰ ਹੁਣ ਕਿਸੇ ਨਾ ਕਿਸੇ 'ਤੇ ਝੂਠਾ ਕੇਸ ਹੋਰ ਪਾਉਣਗੇ, ਔਰ ਇਹ ਟਰਾਈ ਕਰਨਗੇ ਦੱਸਣ ਦੀ ਕਿ ਜੀ ਆਹ ਬੰਦਾ ਇਨਵੋਲਵ ਸੀਗਾ। ਕਿਉਂਕਿ ਜੇ ਹੁੰਦਾ ਕੋਈ ਔਰ ਕਲਿਆਣੀ ਇਨਵੋਲਵ ਹੁੰਦੀ ਤਾਂ ਕਿਸੇ ਦਾ ਨਾਮ ਦੱਸਦੀ। ਆਇਆ ਤਾਂ ਕੁਛ ਹੈ ਨਹੀਂ। ਹੁਣ ਤਾਂ ਕਿਸੇ ਨੂੰ ਵੀ ABCD ਨੂੰ ਚੁੱਕ ਕੇ ਪਾਣਗੇ, ਉਹਦਾ ਤੁਹਾਨੂੰ ਪਾ ਦੇਣ, ਉਸਦਾ ਮੈਨੂੰ ਪਾ ਦੇਣ, ਪਰ ਅਸੀਂ ਰਿਸ਼ਤੇਦਾਰ ਨਹੀਂ ਆ। ਰਿਸ਼ਤੇਦਾਰ ਹੋਣਗੇ ਪਾਣਗੇ। ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਵੀ ਕਿ ਮੈਪਿੰਗ ਇਹਨਾਂ ਨੇ ਕਰਾ ਕੇ ਦੇਖ ਲਈ, ਔਰ ਰਿਸ਼ਤੇਦਾਰ ਮੌਕੇ 'ਤੇ ਹੈ ਨਹੀਂ।
ਪਰ ਹੁਣ ਕਿਹਨੂੰ ਪਾਉਂਦੇ ਆ ਅੱਗੇ ਦੇਖਣਾ। ਆਖਰੀ ਸਵਾਲ ਜੀ, ਹੁਣ ਕਿਉਂਕਿ ਜੁਡੀਸ਼ੀਅਲ ਕਸਟਡੀ 'ਚ ਨੇ ਤੇ ਬੇਲ ਪਲੀ ਲਾਉਣ ਬਾਰੇ ਕੀ ਵਿਚਾਰ ਕੀਤਾ ਜਾ ਰਿਹਾ ਜੀ? ਅਸੀਂ ਜੀ CBI ਕੋਰਟ ਨੂੰ ਇਹ ਕਿਹਾ ਹੈ ਕਿ ਜਿਹੜੇ ਡਾਕੂਮੈਂਟ ਤੇ ਤੁਸੀਂ ਰਿਲਾਈ ਕਰਕੇ ਅਨਟ੍ਰੇਸ ਰਿਪੋਰਟ ਫਾਈਲ ਕੀਤੀ ਸੀਗੀ ਉਹ ਸਾਨੂੰ ਡਾਕੂਮੈਂਟ ਦਿੱਤੇ ਜਾਣ, ਕਿਉਂਕਿ ਉਹ ਆਪੋਜ਼ਿਟ ਪਾਰਟੀ ਨੂੰ ਦਿੱਤੇ ਜਾ ਚੁੱਕੇ ਹੈ। ਔਰ ਕਾਨੂੰਨ ਵੀ ਇਹੀ ਕਹਿੰਦਾ ਕਿ ਜਦੋਂ ਰਿਪੋਰਟ ਫਾਈਲ ਹੁੰਦੀ ਹੈ ਉਹਦੇ ਨਾਲ ਜਿੰਨੇ ਡਾਕੂਮੈਂਟਸ ਅਟੈਚਡ ਹੁੰਦੇ ਆ, ਸਪੋਰਟਿੰਗ ਹੁੰਦੇ ਆ, ਉਹ ਸਾਰੇ ਕੋਰਟ 'ਚ ਫਾਈਲ ਕਰਨੇ ਹੁੰਦੇ ਆ। ਇਹਨਾਂ ਨੇ ਕੀਤੇ ਨਹੀਂ ਸੀਗੇ, ਸੋ ਅਸੀਂ ਉਹ ਰਿਕਾਰਡ ਮੰਗਿਆ, ਉਸ 'ਤੇ ਆਰਡਰ ਆ ਜਾਏਗਾ। ਇੱਕ ਵਾਰੀ ਰਿਕਾਰਡ ਸਾਰਾ ਆ ਜਾਏ, ਦੇਖ ਕੇ ਇਹਨਾਂ ਕੋਲ ਐਕਚੁਅਲੀ ਕੀ ਚੀਜ਼ ਹੈ ਜਿਸ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਹੀ ਅਸੀਂ ਫਿਰ ਬੇਲ ਬਾਰੇ ਅੱਗੇ ਕਾਰਵਾਈ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਐਡਵੋਕੇਟ ਸਰਤੇਜ ਸਿੰਘ ਨਰੂਲਾ ਦੇ ਨਾਲ ਗੱਲਬਾਤ ਕੀਤੀ ਹੈ, ਪੂਰਾ ਫੈਕਟਸ ਦੇ ਨਾਲ ਚਾਨਣਾ ਪਾਇਆ, ਕੇਸ ਕਿਵੇਂ ਸ਼ੁਰੂ ਹੋਇਆ ਸੀ ਤੇ ਹੁਣ ਇਹਦੇ ਵਿੱਚ ਕੀ ਚੱਲ ਰਿਹਾ। ਸਰਤੇਜ ਸਿੰਘ ਨਰੂਲਾ ਦਾ ਕਹਿਣਾ ਹੈ ਕਿ CBI ਦੀ ਨਲਾਇਕੀ ਹੈ, CBI ਇਸ ਕੇਸ ਨੂੰ ਇਨਵੈਸਟੀਗੇਟ ਨਹੀਂ ਕਰ ਪਾਈ ਤੇ ਹੁਣ ਜਿਹੜੀ ਹੈ ਸਾਰੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਿਰਫ ਇੱਕ ਪਾਸੇ ਘੁੰਮ ਰਹੀ ਹੈ ਕਿ ਇਹਦੇ ਵਿੱਚ ਮੇਨ ਅਕਿਊਜ਼ਡ ਕਲਿਆਣੀ ਸਿੰਘ ਹੈ, ਜੋ ਇਹਨਾਂ ਦਾ ਕਹਿਣਾ ਹੈ ਕਿ ਉਹ ਬਿਲਕੁਲ ਵੀ ਪ੍ਰੂਵ ਨਹੀਂ ਕਰ ਪਾ ਰਹੇ ਨੇ ਤੇ ਸ਼ਾਇਦ ਇਸੇ ਕਰਕੇ CBI ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਉਹ ਉਹਨਾਂ ਦੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਨਹੀਂ ਦੇ ਰਹੀ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।